सत श्री अकाल। तुसीं पंजाबिस्तान टीवी देख रहे हो। मैं तुहाडे नाल सुखविंदर सिंह, मेरे नाल उगे सिख विद्वान प्रोफैसर बलविंदरपाल सिंह मौजूद ने। असीं गलबात करांगे कि अज जदों बेअदबी दा मसला जिहड़ा वो हर पासे चर्चा दे विच है। एक पासे तो 2022 दीयां चोणां आ रहीआं ने, सरकार जिहड़ा वादा करके आई सी कि असीं बेअदबी दे दोषियां नूं फड़ांगे, गिरफ्तार करांगे, सजावां दिवावांगे। सरकार उधरले पासे जिहड़ा वो उलझदी नज़र आ रही है, इस करके कि हाई कोर्ट ने फैसले की रिपोर्ट जी रद्द की है। तो नवी SIT बनाने के लिए कहा गया। तो उधरले पासे HS फूलका होना ने भी ये अपना बयान दिता, क्योंकि वो भी अस्तीफा दे गए सी पंजाब विधान सभा तो बेअदबी वाले मसलिਆਂ ਨੂੰ लेके। ਤੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਕਿਹਾ ਕਿ ਹੁਣ ਇਸ ਮਸਲੇ ਦੇ ਵਿੱਚ ਜਿਹੜਾ ਗਰਜਨ ਨਹੀਂ ਵਰਸਣ ਦਾ ਵੇਲਾ। ਤਾਂ ਨਵਜੋਤ ਸਿੰਘ ਸਿੱਧੂ ਨੇ HS ਫੂਲਕਾ ਹੋਣਾ ਨੂੰ ਇੱਕ ਚਿੱਠੀ ਲਿਖੀ ਹੈ, ਸੋਸ਼ਲ ਮੀਡੀਆ ਤੇ ਵੀ ਪਾਈ ਹੈ। ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਗ੍ਰਹਿ ਮੰਤਰਾਲਾ ਜਿਹੜਾ ਪੰਜਾਬ ਦਾ ਆ, ਮੁੱਖ ਮੰਤਰੀ ਸਾਹਿਬ ਨੇ ਉਹ ਸਭ ਇਸ ਉੱਤੇ ਕਾਰਵਾਈ ਕਰਨ ਤਾਂ ਕਿ ਦੋਸ਼ੀਆਂ ਨੂੰ ਜਿਹੜੀ ਸਜ਼ਾ ਮਿਲੇ। ਪਰ ਉਹ ਕਹਿੰਦੇ ਨੇ ਕਿ ਪਿਆਦਿਆਂ ਨੂੰ ਸਜ਼ਾ ਨਾ ਮਿਲੇ, ਜਿਹੜੇ ਮੁੱਖ ਮੁਲਜ਼ਮ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਸਭ ਕੁਝ ਹੋਇਆ। ਤੁਸੀਂ ਸਮਝ ਗਏ ਹੋਣੇ ਕਿ ਇਸ਼ਾਰਾ ਕਿਹਦੇ ਵੱਲ ਹੈ। ਪਰ ਇਹਨਾਂ ਬੇਅਦਬੀ ਵਾਲੇ ਮਸਲਿਆਂ ਦੀ ਜਾਂਚ ਇੰਨੀ ਲਮਕਾਈ ਕਿਉਂ ਗਈ? ਇਹ ਸਿਰਫ ਇਹ ਬੇਅਦਬੀ ਦਾ ਮਸਲਾ ਨਹੀਂ, ਇਸ ਤੋਂ ਪਹਿਲਾਂ ਵੀ ਜਦੋਂ ਕਦੇ ਬੇਅਦਬੀਆਂ ਹੋਈਆਂ, ਹਾਈਲਾਈਟ ਹੋਈਆਂ, ਵੱਡੇ ਪੱਧਰ ਤੇ ਸਾਹਮਣੇ ਆਈਆਂ, ਤਾਂ ਉਹਨਾਂ ਦੇ ਵਿੱਚ ਸਜ਼ਾਵਾਂ ਨਹੀਂ ਜਿਹੜੀਆਂ ਮਿਲੀਆਂ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਪੰਜਾਬ ਦੀ ਸਿਆਸਤ ਤੇ ਸਿੱਖ ਸਿਆਸਤ ਦੇ ਵਿੱਚ ਇਹ ਚੱਲ ਕੀ ਰਿਹਾ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਬੇਅਦਬੀ ਦਾ ਮੁੱਦਾ ਬਣਾ ਦਿੱਤਾ ਗਿਆ, ਜਦਕਿ ਇੱਕ ਬੇਅਦਬੀ ਇੱਕ ਵੱਡਾ ਗੁਨਾਹ ਆਪਾਂ ਕਹਿ ਲਈਏ ਕਿ ਕਾਨੂੰਨ ਦੇ ਮੁਤਾਬਕ ਹਾਲੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਤਾਂ ਨਹੀਂ ਮਿਲੀ, ਪਰ ਫਿਰ ਵੀ ਹੁਣ ਇਸ ਨੂੰ ਮੁੱਦਾ ਬਣਾ ਕੇ ਉਭਾਰਿਆ ਜਾ ਰਿਹਾ। ਇਹ ਪਹਿਲਾਂ ਇੱਕ ਗੱਲ ਸਮਝਣ ਵਾਲੀ ਹੈ ਕਿ ਸਿੱਖ ਕੌਣ ਹੈ ਔਰ ਸਿੱਖੀ ਦਾ ਆਧਾਰ ਕੀ ਹੈ। ਔਰ ਸਿੱਖੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਸਿੱਖਾਂ ਨੂੰ, ਉਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਖਰੀ ਵਕਤ ਕਰਕੇ ਗਏ ਨੇ। ਉਹਨਾਂ ਦੇ ਵਜ਼ੀਰ ਭਾਈ ਚੋਪਾ ਸਿੰਘ ਹੁਣੀ, ਹੋਰ ਵੀ ਬਹੁਤ ਸਾਰੇ ਵਿਦਵਾਨ ਜਿਹੜੇ ਗੁਰੂ ਸਾਹਿਬ ਦੇ ਸਮਕਲੀਨ ਹੋਏ ਨੇ, ਉਹਨਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਮੰਨਿਆ ਹੈ, ਪ੍ਰਵਾਨ ਕੀਤਾ ਹੈ। ਵੈਸੇ ਤਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਇਸ ਨੂੰ ਸ਼ਬਦ ਗੁਰੂ ਵਜੋਂ ਪ੍ਰਵਾਨ ਕਰਕੇ ਇਹਨੂੰ ਉੱਚ ਥਾਂ ਦਿੱਤੀ ਸੀ, ਆਪਣੇ ਆਪ ਤੋਂ ਵੀ ਉੱਚ ਥਾਂ ਦੇ ਦਿੱਤੀ ਗਈ ਸੀ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਿੱਖ ਦੀ ਰੂਹ ਵਿੱਚ, ਸਿੱਖ ਪੰਥ ਦੀ ਰੂਹ ਵਿੱਚ ਪ੍ਰਕਾਸ਼ ਹੈ ਉਸਦਾ। ਉਸ ਨੂੰ ਨਾ ਅੱਗ ਲਾਈ ਜਾ ਸਕਦੀ ਹੈ, ਨਾ ਉਸ ਨੂੰ ਹਵਾ ਖਤਮ ਕਰ ਸਕਦੀ ਹੈ, ਨਾ ਦੁਨਿਆਵੀ ਤਾਕਤ ਉਸ ਨੂੰ ਖਤਮ ਕਰ ਸਕਦੀ ਹੈ। ਉਹ ਸਿੱਖੀ ਦੇ ਮਨ ਦੇ ਵਿੱਚ, ਮਾਨਸਿਕਤਾ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਪ੍ਰਕਾਸ਼ ਹੈ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਤੋਂ 10 ਗੁਰੂ ਸਾਹਿਬਾਨਾਂ ਦਾ ਜਿਹੜਾ ਪ੍ਰਕਾਸ਼ ਹੈ ਆਪਣੇ ਆਪ ਵਿੱਚ ਮਹਿਸੂਸ ਕਰਦੇ ਹਾਂ, ਤੇ ਉਹਦੇ ਅੱਗੇ ਅਸੀਂ ਅਰਦਾਸ ਵੀ ਕਰਦੇ ਹਾਂ। ਔਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਹੈ ਰੂਹ, ਪ੍ਰਕਾਸ਼, ਸਭ ਕੁਝ ਮੰਨਦੇ ਹਾਂ ਜੀ। ਸੋ ਕੋਈ ਵੀ ਸਿੱਖ ਨਹੀਂ ਚਾਹੇਗਾ ਕਿ ਉਸ ਦੇ ਗੁਰੂ ਦੀ ਬੇਅਦਬੀ ਕੀਤੀ ਹੋਵੇ। ਤੇ ਅਨੇਕਾਂ ਆਰਥਿਕ ਮਸਲਿਆਂ ਤੋਂ, ਅਨੇਕਾਂ ਹੋਰ ਮਸਲਿਆਂ ਤੋਂ ਸਿੱਖਾਂ ਦੇ ਲਈ, ਸਿੱਖ ਪੰਥ ਦੇ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਰਵ ਉੱਚ ਤੇ ਪ੍ਰਮੁੱਖ ਹੈ। ਭਾਵੇਂ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ ਪੂਰੇ ਪੰਜਾਬ ਭਾਰਤ ਦੇ ਲਈ ਬਹੁਤ ਅਹਿਮ ਥਾਂ ਰੱਖਦਾ ਹੈ, ਕਿਰਤੀਆਂ ਲਈ ਵੀ, ਦਬੇ ਕੁਚਲਿਆਂ ਲਈ ਵੀ, ਔਰ ਸਿੱਖ ਪੰਥ ਦੇ ਲਈ। ਪਰ ਸਿੱਖ ਪੰਥ ਦੇ ਲਈ ਇਸ ਸਮੇਂ ਕਿਸਾਨ ਅੰਦੋਲਨ ਤੋਂ ਵੀ ਵੱਡਾ ਜਿਹੜਾ ਮੁੱਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਇਸ ਗੱਲ ਦੀ ਜਿਹੜੀ ਸਮਝ ਹੈ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਆਈ ਸੀ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਆਈ ਹੈ। ਜੇਕਰ ਬਾਦਲ ਦੀ ਸਿਆਸੀ ਪੱਧਰ ਦੇ ਉੱਪਰ ਸ਼ਾਖ ਡਿੱਗੀ ਹੈ ਤਾਂ ਉਸ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਔਰ ਜਿਹੜਾ ਕੋਟਕਪੂਰਾ ਗੋਲੀ ਕਾਂਡ ਉਹ ਹੈ। ਔਰ ਦੂਸਰੇ ਪਾਸੇ ਕੈਪਟਨ ਸਰਕਾਰ ਬਾਰੇ ਇਹ ਜਿਹੜੀ ਗੱਲ ਹੈ ਸਿੱਖਾਂ ਦੇ ਮਨ ਵਿੱਚ ਜਾ ਰਹੀ ਹੈ ਕਿ ਉਹਨਾਂ ਨੇ ਬਹੁਤ ਵੱਡੀ ਅਣਗਹਿਲੀ ਕੀਤੀ ਹੈ, ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ। ਸਿੱਖ ਮਹਿਸੂਸ ਕਰਦੇ ਨੇ ਕਿ ਜੂਨ 84 ਵਿੱਚ ਜੋ ਦੋਸ਼ੀਆਂ ਦਾ ਹਸ਼ਰ ਹੋਇਆ, ਦੋਸ਼ੀ ਛੁੱਟ ਗਏ, ਵੱਡੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਕੋਰਟ ਵਿੱਚ ਜਾ ਕੇ ਇਹ ਕੇਸ ਫੇਲ ਹੋ ਗਏ ਨੇ। ਉਸ ਦਾ ਕਾਰਨ ਇਹ ਹੈ ਕਿ ਜਿਹੜੇ ਵਕੀਲ ਨੇ
ਸਹੀ ਗਵਾਹ ਨੂੰ ਅੱਗੇ ਨਹੀਂ ਲਿਆ ਸਕੇ। ਔਰ ਦੂਸਰਾ ਕਾਰਨ ਇਹ ਵੀ ਜਾਪਦਾ ਹੈ ਕਿ ਉਹਨਾਂ ਨੇ ਜਿਹੜੀ ਪੇਸ਼ਕਾਰੀ ਹੈ ਅਦਾਲਤ ਅੱਗੇ ਸਹੀ ਨਹੀਂ ਕੀਤੀ, ਨਹੀਂ ਤਾਂ ਅਦਾਲਤ ਜਿਹੜੀ ਹੈ ਉਹ ਸਹੀ ਫੈਸਲਿਆਂ ਤੇ ਔਰ ਸਹੀ ਸਬੂਤਾਂ ਤੇ ਫੈਸਲੇ ਕਰਦੀ ਹੈ। ਜਦੋਂ ਉਸਨੂੰ ਕੋਈ ਬਹਾਨਾ ਮਿਲ ਜਾਂਦਾ, ਚਾਹੇ ਜੱਜ ਜਿਵੇਂ ਮਰਜ਼ੀ ਹੈ, ਚਾਹੇ ਜੱਜ ਜਿਹੜਾ ਹੈ ਉਹ ਇੱਕ ਪਾਸੜ ਹੈ, ਉਹ ਸਜ਼ਾਵਾਂ ਦੇਣਾ ਚਾਹੁੰਦਾ ਹੈ ਜਾਂ ਨਹੀਂ ਦੇਣਾ ਚਾਹੁੰਦਾ, ਇਹ ਅਲੱਗ ਮਸਲਾ ਹੈ। ਪਰ ਲੇਕਿਨ ਜਦੋਂ ਉਸ ਦੇ ਵਿੱਚ ਕੁਝ ਖੋਟਾ ਹੋ ਜਾਂਦੀਆਂ ਤਾਂ ਜੱਜ ਵੀ ਕੁਝ ਵੀ ਨਹੀਂ ਕਰ ਸਕਦਾ। ਸੋ ਇਸ ਸੰਬੰਧ ਵਿੱਚ ਜੋ ਗੱਲ ਮੈਂ ਇਹ ਕਹਿਣੀ ਚਾਹੁੰਦਾ ਹਾਂ, ਕਿਤੇ ਨਾ ਕਿਤੇ ਜਿਹੜੀ ਰਿਪੋਰਟ ਦੇ ਵਿੱਚ ਖੋਟਾਂ ਨੇ। ਔਰ ਇਹਦੇ ਲਈ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਕਿੰਨਾ ਕੁ ਦੋਸ਼ੀ ਹੈ, ਉਹ ਤਾਂ ਇਸ ਬਾਰੇ ਜਿਹੜੇ ਨੇ ਵਕੀਲ ਔਰ ਕਾਨੂੰਨੀ ਮਾਹਿਰ ਕੀ ਟਿੱਪਣੀਆਂ ਕਰ ਸਕਦੇ ਨੇ, ਜਾਂ ਫਿਰ ਵੱਡਾ ਪੁਲਿਸ ਅਫਸਰ ਹੈ ਉਹ ਇਸ ਬਾਰੇ ਟਿੱਪਣੀਆਂ ਕਰ ਸਕਦਾ ਹੈ ਕਿ ਇਹਦੇ ਵਿੱਚ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਕਿੰਨੀ ਕੁ ਜਿਹੜੀ ਅਣਗਹਿਲੀ ਹੈ ਕਿ ਇਹ ਜਿਹੜੀ ਰਿਪੋਰਟ ਹੈ ਸਹੀ ਢੰਗ ਨਾਲ ਪੇਸ਼ ਨਹੀਂ ਹੋ ਸਕੀ। ਕਿਉਂਕਿ ਕੰਵਰ ਵਿਜੇ ਪ੍ਰਤਾਪ ਸਿੰਘ ਵੀ ਜਿਹੜਾ ਉਹ ਖੋਲ ਕੇ ਗੱਲ ਨਹੀਂ ਕਰ ਰਹੇ ਕਿ ਇਹਦੇ ਵਿੱਚ ਕੀ ਤਰੁੱਟੀਆਂ ਨੇ। ਜਿਹੜਾ ਅਦਾਲਤ ਨੇ ਜਿਹੜਾ ਕੁਐਸਚਨ ਮਾਰਕ ਲਾਇਆ ਹੈ, ਨਵੀਂ ਜਿਹੜੀ ਸਿੱਟ ਬਣਾਉਣ ਦਾ ਜਿਹੜਾ ਫੈਸਲਾ ਕੀਤਾ, ਉਹ ਅਸਤੀਫਾ ਦੇ ਗਏ ਨੇ ਤੇ ਉਹਨਾਂ ਤੇ ਅਸਤੀਫੇ ਦੇਣ ਦਾ ਉਹਨਾਂ ਨੂੰ ਰਾਜਨੀਤਿਕ ਲਾਭ ਵੀ ਮਿਲੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਇਨਸਾਫ ਦਾ ਮਸਲਾ ਜਿਉਂ ਦਾ ਤਿਉਂ ਪਿਆ ਹੈ। ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਅਦਾਲਤਾਂ ਜਾਂ ਵਕੀਲ ਜਿਹੜੇ ਨੇ ਜੇ ਉਹ ਸਹੀ ਕੇਸ ਰੱਖਣ ਤਾਂ ਜੱਜ ਸਾਹਿਬਾਨ ਵੀ ਜਿਹੜਾ ਉਹ ਕਿਤੇ ਨਾ ਕਿਤੇ ਮਸਲਿਆਂ ਦੇ ਵਿੱਚ ਇਨਸਾਫ ਕਰਦੇ ਜ਼ਰੂਰ ਨੇ। ਪਰ ਜੇ ਆਪਾਂ ਸਿਆਸਤ ਵੱਲ ਦੇਖੀਏ, ਤੁਸੀਂ ਉਹ 84 ਦੇ ਮਾਮਲਿਆਂ ਦੀ ਗੱਲ ਕਰਦੇ ਹੋ, ਤਾਂ ਸਿਆਸਤ ਵੀ ਵੱਡੇ ਪੱਧਰ ਤੇ ਹਾਵੀ ਰਹੀ। ਜਦੋਂ ਅੱਜ ਆਪਾਂ ਬੇਅਦਬੀ ਵਾਲੇ ਮਸਲਿਆਂ ਨੂੰ ਦੇਖਦੇ ਹਾਂ ਤਾਂ ਇਹਦੇ ਵਿੱਚ ਵੀ ਸਿਆਸਤ ਹਾਵੀ ਰਹੀ ਹੈ। ਇਨਸਾਫ ਦੀ ਉਡੀਕ ਫਿਰ ਲੋਕ ਤਾਂ ਆਪੇ ਕਰਦੇ ਰਹਿਣਗੇ ਜਦੋਂ ਸਿਆਸਤ ਦੇ ਹੱਥ ਸਭ ਕੁਝ ਚਲਾ ਜਾਂਦਾ। ਦੇਖੋ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਉਹ ਨਵੰਬਰ 84 ਤੋਂ ਅਲੱਗ ਦਾ ਮਸਲਾ ਹੈ। ਨਵੰਬਰ 84 ਇੱਕ ਬਹੁਤ ਵੱਡਾ ਦੁਖਾਂਤ ਹੈ ਸਿੱਖੀ ਲਈ। ਉਸ ਤੋਂ ਵੀ ਵੱਡਾ ਦੁਖਾਂਤ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਜੇ ਸਿੱਖਾਂ ਦਾ ਗੁਰੂ ਸੁਰੱਖਿਅਤ ਨਹੀਂ ਹੈ, ਉਸ ਦੀ ਬੇਅਦਬੀ ਕੀਤੀ ਜਾਂਦੀ ਹੈ। ਔਰ ਇਹਦਾ ਮਤਲਬ ਹੈ ਕਿ ਸਿੱਖ ਜਗਤ ਨੂੰ ਤੁਸੀਂ ਟਿੱਚ ਜਾਣਦੇ ਹੋ ਔਰ ਉਸ ਦੀ ਜਿਹੜੀ ਉਸ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ, ਜਿਹਦੇ ਕਰਕੇ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਜਾ ਰਹੀ ਹੈ ਕਿ ਇਹ ਸਾਰਾ ਅਪਰਾਧ ਮਿਲ ਜੁਲ ਕੇ ਹੀ ਹੋ ਰਿਹਾ ਹੈ। ਸੋ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੀ ਕਾਣ ਹੈ, ਜੋ ਮੁੱਦਾ ਤੇ ਰਾਜਨੀਤਿਕ ਮੁੱਦਾ ਤੇ ਬਣਾਉਣਾ ਚਾਹੁੰਦੇ ਆ ਚੋਣਾਂ ਦੇ ਲਈ, ਇੱਕ ਦੂਜੇ ਦੇ ਉੱਪਰ ਅਪਰਾਧਾਂ ਦੇ ਦੋਸ਼ ਤੇ ਲਗਾਉਣਾ ਚਾਹੁੰਦੇ ਨੇ, ਜਿੱਤਣਾ ਵੀ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਬਣਾ ਕੇ। ਪਰ ਕਟਹਿਰੇ ਦੇ ਸਿੱਖ ਦੇ ਲਈ ਕਟਹਿਰੇ ਵਿੱਚ ਦੋਵੇਂ ਧਿਰਾਂ ਖਲੋਤੀਆਂ ਨੇ। ਇੱਕ ਉਹ ਹੈ ਜਿਹੜੀ ਸੱਤਾ ਤੇ ਬੈਠੀ ਹੈ, ਇੱਕ ਉਹ ਹੈ ਜਿਹੜੀ ਸੱਤਾ ਤੇ ਕਿਸੇ ਵੇਲੇ ਸੱਤਾ ਤੇ ਸੀ, ਜਿਸ ਦੌਰਾਨ ਇਹ ਅਪਰਾਧ ਹੋਇਆ, ਜਿਸ ਦਾ ਨਾਮ ਬਾਦਲ ਅਕਾਲੀ ਦਲ ਹੈ ਔਰ ਬਾਦਲਾਂ ਦੀ ਸਰਕਾਰ ਸੀ। ਇਸ ਵਿੱਚ ਭਾਜਪਾ ਨੂੰ ਵੀ ਮਾਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਾਜਪਾ ਨੇ ਉਸ ਸਮੇਂ ਪ੍ਰਮੁੱਖ ਤੌਰ ਤੇ ਇਹ ਏਜੰਡਾ ਚੁੱਕਿਆ ਨਹੀਂ। ਅੱਜ ਉਹ ਬਾਦਲਾਂ ਦੇ ਖਿਲਾਫ ਉਹ ਜੋ ਮਰਜ਼ੀ ਕਹਿ ਰਹੇ, ਬਾਦਲ ਜੇ ਦੋਸ਼ੀ ਨੇ ਤੇ ਭਾਜਪਾ ਇਸ ਲਈ ਦੋਸ਼ੀ ਹੈ ਕਿਉਂਕਿ ਉਹ ਚੁੱਪ ਰਹੀ ਆ ਉਸ ਮਾਮਲੇ ਦੇ ਦੌਰਾਨ। ਔਰ ਜਿਹੜੇ ਵੀ ਇਸ ਮਾਮਲੇ 'ਚ ਦੋਸ਼ੀ ਰਹੇ ਨੇ ਔਰ ਦੋਸ਼ੀ ਧਿਰਾਂ ਦੀ ਪੈਰਵਾਈ ਕਰਦੇ ਰਹੇ ਨੇ, ਉਹ ਬਿਲਕੁਲ ਸਿੱਖ ਪੰਥ ਨੇ ਉਸ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਪੁਲਿਸ ਵਾਲਿਆਂ ਨੂੰ ਜਦੋਂ ਤੁਸੀਂ ਗਵਾਹ ਬਣਾਉਂਦੇ ਹੋ ਅਦਾਲਤਾਂ ਵਿੱਚ, ਉਹਨਾਂ ਦੀ ਗਵਾਹੀ ਜਿਹੜੀ ਹੈ ਉਹ ਬਿਲਕੁਲ ਨਖੇਧਾਤਮਕ ਹੋ ਜਾਂਦੀ ਹੈ। ਔਰ ਜੇਕਰ ਤੁਸੀਂ ਆਮ ਵਿਅਕਤੀ ਨੂੰ ਜਿਹੜਾ ਜਿਸਨੇ ਇਹ ਸਾਰਾ ਕੁਝ ਦੇਖਿਆ ਹੁੰਦਾ ਹੈ ਉਸ ਨੂੰ ਗਵਾਹ ਬਣਾਉਂਦੇ ਹੋ ਤਾਂ ਅਦਾਲਤ ਵਿੱਚ ਉਸ ਦੀ ਗਵਾਹੀ ਜਿਹੜੀ ਹੈ ਬਿਲਕੁਲ ਪ੍ਰਵਾਨਿਤ ਹੁੰਦੀ ਹੈ। ਇਹ ਜਿਹੜਾ ਆਪਣਾ ਕਾਨੂੰਨੀ ਅਸੂਲ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਔਰ ਇਸ ਦਾ ਅਧਿਐਨ ਤਾਂ ਜਿਹੜੇ ਨੇ ਕਾਨੂੰਨੀ ਮਾਹਿਰ ਹੀ ਕਰ ਸਕਦੇ ਨੇ, ਗਲਤੀਆਂ ਕਿੱਥੇ ਹੋਈਆਂ। ਪਰ ਅਸੀਂ ਇੰਨਾ ਕੁ ਗੱਲ ਆਮ ਲੋਕ ਮੇਰੇ ਵਰਗੇ ਲੋਕ ਜੋ ਸੋਚਦੇ ਨੇ ਵੀ ਕਿੱਥੇ ਇਹਦੀ ਵਜ੍ਹਾ ਪਈ ਹੈ ਔਰ ਕਿੱਥੇ ਇਹ ਸਭ ਕੁਝ ਹੈ, ਤਾਂ ਉਹ ਇਹ ਸਮਝਦਾ ਕਿ ਇਹਦੇ ਪਿੱਛੇ ਜੇਕਰ ਇਸ ਵਾਰ ਸਿਆਸਤਦਾਨ ਜੇਕਰ ਇਸ ਵਿੱਚ ਸੁਹਿਰਦ ਨੇ, ਉਹ ਚਾਹੁੰਦੇ ਨੇ ਕਿ ਵੀ ਇਨਸਾਫ ਹੋਵੇ, ਤਾਂ ਕੋਈ ਕਾਰਨ ਨਹੀਂ ਕਿ ਇੰਨੀ ਦੇਰ ਲੱਗ ਜਾਵੇ।
ਔਰ ਜਿੰਨੀ ਜਿੰਨੀ ਵੱਡੀ ਫੌਜ ਕੈਪਟਨ ਸਰਕਾਰ ਕੋ ਪਈ ਹੈ ਕਾਨੂੰਨੀ ਤੌਰ ਤੇ, ਉਹ ਇਹਨਾਂ ਨੂੰ ਅਜੇ ਵੀ ਸਜ਼ਾਵਾਂ ਦੇ ਸਕਦੇ ਨੇ। ਲੋਕ ਆਸ ਕਰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਇਸ ਦੇ ਲਈ ਯੋਗ ਸਟੈਂਡ ਲੈਣ, ਕਿਉਂਕਿ ਉਹਨਾਂ ਦੇ ਪਿੱਛੇ ਜਿਹੜਾ ਆਧਾਰ ਪਿਆ ਹੈ ਉਹ ਸਿੱਖ ਵਿਰਾਸਤ ਦਾ ਆਧਾਰ ਹੈ। ਔਰ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਬਾਬਾ ਆਲਾ ਸਿੰਘ, ਬਾਬਾ ਸਾਹਿਬ ਸਿੰਘ, ਉਹ ਕਿਤੇ ਨਾ ਕਿਤੇ ਸਿੱਖ ਮਿਸਲਦਾਰਾਂ ਦੇ ਇੱਕ ਅੰਗ ਵੀ ਰਹੇ ਨੇ। ਔਰ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਹੋਏ ਨੇ ਉਸ ਸਮੇਂ ਦੌਰਾਨ ਅਕਾਲ ਤਖਤ ਦੇ ਜਥੇਦਾਰ, ਉਹਨਾਂ ਦੀਆਂ ਵੀ ਬਖਸ਼ਾਂ ਉਹਨਾਂ ਦੇ ਉੱਪਰ ਰਹੀਆਂ ਨੇ। ਇਹ ਕੈਪਟਨ ਅਮਰਿੰਦਰ ਸਿੰਘ ਖੁਦ ਮੰਨਦੇ ਨੇ ਇਸ ਗੱਲ ਦੇ ਲਈ। ਪਰ ਜਦੋਂ ਉਹ ਇਸ ਮਾਮਲੇ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਾਮਲਾ ਹੈ, ਜਦੋਂ ਇਸ ਵਿੱਚ ਉਹਨਾਂ ਦੀ ਆਨਾਕਾਨੀ ਹੁੰਦੀ ਹੈ ਤਾਂ ਉਹਨਾਂ ਦੀ ਵਿਰਾਸਤ ਦੇ ਉੱਪਰ ਵੀ ਪ੍ਰਸ਼ਨ ਚਿੰਨ੍ਹ ਲੱਗ ਸਕਦਾ। ਇਹ ਗੱਲਾਂ ਉਹਨਾਂ ਲਈ ਸਮਝਣ ਵਾਲੀਆਂ ਨੇ। ਔਰ ਜਿਹੜੀ ਸਿਆਸਤ ਹੈ, ਸਤਾ ਹੈ, ਉਹ ਸਦਾ ਰਹਿਣ ਵਾਲੀ ਨਹੀਂ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਸੱਤਾ ਵਿੱਚ ਹੁੰਦੇ ਹੋ, ਤੁਸੀਂ ਇਨਸਾਫ ਕਰਦੇ ਹੋ, ਔਰ ਤੁਹਾਨੂੰ ਜਿਹੜੀ ਹੈ ਪਬਲਿਕ ਹੈ, ਆਵਾਮ ਹੈ, ਤੁਹਾਨੂੰ ਹਮੇਸ਼ਾ ਚੇਤੇ ਰੱਖਦਾ ਇਨਸਾਫ ਦੇ ਲਈ। ਤੁਹਾਨੂੰ ਤੁਸੀਂ ਇਤਿਹਾਸ ਦੇ ਵਿੱਚ ਤੁਸੀਂ ਇੱਕ ਨਾਇਕ ਵਜੋਂ ਸਥਾਪਿਤ ਹੋ ਜਾਂਦੇ ਹੋ। ਇਹ ਗੱਲਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਚੇਤੇ ਰੱਖ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਪੰਜਾਬ ਵਿੱਚ ਅਹਿਮ ਥਾਂ ਰਹੀ ਹੈ। ਉਹ ਬਾਦਲ ਤੋਂ ਵੱਧ ਪੰਜਾਬੀਆਂ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਹੈ। ਪੰਜਾਬ ਦੇ ਪਾਣੀਆਂ ਦੇ ਲਈ ਜਦੋਂ ਖਲੋਤੇ ਨੇ, ਜਦੋਂ ਭਾਰਤ ਪਾਕਿਸਤਾਨ ਦੀ ਏਕਤਾ ਲਈ ਕਿਸੇ ਵੇਲੇ ਖਲੋਤੇ ਨੇ, ਤੇ ਉਸ ਵੇਲੇ ਆਵਾਜ਼ ਉੱਠੀ ਸੀ ਕਿ ਇਹਨਾਂ ਨੂੰ ਯੂਐਨਓ ਵੱਲੋਂ ਅਵਾਰਡ ਮਿਲਣਾ ਚਾਹੀਦਾ। ਸ਼ਾਂਤੀ ਦਾ ਮਸੀਹਾ ਤੱਕ ਕਿਹਾ ਗਿਆ ਸੀ। ਜਿਹੜਾ ਇਹਨਾਂ ਨੇ ਸਟੈਂਡ ਆਪਣਾ ਸਪਸ਼ਟ ਕੀਤਾ ਸੀ। ਹਾਂਜੀ, ਆਮ ਲੋਕਾਂ ਦੇ ਲਈ, ਆਮ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਗੱਲ ਬਣ ਚੁੱਕੀ ਸੀ, ਕਿਉਂਕਿ ਉਹ ਹਾਈ ਕਮਾਂਡ ਦੇ ਵਿਰੁੱਧ ਵੀ ਉਹ ਸਟੈਂਡ ਲੈਂਦੇ ਰਹੇ ਨੇ। ਇਹ ਉਹਨਾਂ ਦੀਆਂ ਖੂਬਸੂਰਤੀਆਂ ਰਹੀਆਂ ਨੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਾਮਲਾ ਆਇਆ ਹੈ ਤਾਂ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਉੱਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕੈਪਟਨ ਦੀ ਵਿਰਾਸਤ ਔਰ ਇਤਿਹਾਸ ਜਿਹੜਾ ਉਹਨਾਂ ਦੇ ਮਗਰ ਪਿਆ ਹੈ ਉਹ ਬਹੁਤ ਉੱਚਾ ਹੈ। ਜਿਵੇਂ ਬਾਬਾ ਆਲਾ ਸਿੰਘ ਦਾ ਇਤਿਹਾਸ ਹੈ, ਔਰ ਦੂਸਰਾ ਬਾਬਾ ਸਾਹਿਬ ਸਿੰਘ, ਉਹਨਾਂ ਦਾ ਮਹਾਰਾਜਾ ਸਾਹਿਬ ਸਿੰਘ ਦਾ ਇਤਿਹਾਸ ਹੈ, ਰਾਣੀ ਸਾਹਿਬ ਕੌਰ ਦਾ ਇਤਿਹਾਸ ਹੈ, ਜਿਨ੍ਹਾਂ ਨੇ ਜਾਰਜ ਟਾਮਸਨ ਨੂੰ ਜਿਹੜਾ ਸੀਗਾ ਉਹ ਲੜਾਈ ਦੇ ਵਿੱਚ ਹਾਰ ਦਿੱਤੀ ਸੀ ਤੇ ਹਾਂਸੀ ਤੋਂ ਪਰੇ ਧੱਕ ਦਿੱਤਾ ਸੀਗਾ ਔਰ ਪੰਜਾਬ ਨੂੰ ਸੁਰੱਖਿਅਤ ਕਰ ਲਿਆ ਸੀ। ਔਰ ਬਾਬਾ ਸਾਹਿਬ ਸਿੰਘ ਬੇਦੀ ਜੋ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਸਨ, ਉਹਨਾਂ ਦਾ ਇਸ ਘਰਾਣੇ ਦੇ ਉੱਪਰ ਵੱਡੀ ਆਸ਼ੀਰਵਾਦ ਰਹੀ ਹੈ ਔਰ ਉਹਨਾਂ ਨੂੰ ਸਤਿਕਾਰ ਵੀ ਦਿੱਤਾ ਗਿਆ। ਬਾਬਾ ਜੱਸਾ ਸਿੰਘ ਅਲੂਵਾਲੀਆ ਨੇ ਵੀ ਇਸ ਘਰਾਣੇ ਨੂੰ ਸਤਿਕਾਰ ਦਿੱਤਾ ਸੀ, ਕਦੇ ਵੀ ਇਸ ਨੂੰ ਪਰੇ ਨਹੀਂ ਹੋਣ ਦਿੱਤਾ ਸੀ। ਸੋ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਇਸ ਪਰਿਵਾਰ ਤੇ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਇਹੀ ਆਸ ਰੱਖਦੇ ਨੇ ਕਿ ਇਸ ਮਸਲੇ ਦੇ ਵਿੱਚ ਇਨਸਾਫ ਹੋਵੇ। ਪਰ ਹੁਣ ਤੱਕ ਜੋ ਕੁਝ ਵਾਪਰਿਆ, ਇੱਕ ਪਾਸੇ ਤਾਂ ਆਪਾਂ ਜਦੋਂ ਚਲਾਨ ਦੀ ਰਿਪੋਰਟ ਦੀ ਗੱਲ ਕੀਤੀ ਕਿ ਇੰਨਾ ਲੰਮੇ ਸਮੇਂ ਬਾਅਦ 10 ਚਲਾਨ ਜਿਹੜੇ ਉਹ 9 ਚਲਾਨ ਪੇਸ਼ ਹੋ ਕੇ 10ਵੀਂ ਦੀ ਵਾਰੀ ਜਿਹੜਾ ਰੌਲਾ ਰੱਪਾ ਪੈ ਗਿਆ। ਤੇ ਇਸ ਸਭ ਦੇ ਵਿਚਾਲੇ ਜਦੋਂ ਆਪਾਂ ਪਿੱਛੇ ਧਿਆਨ ਮਾਰਦੇ ਆ ਕਿ ਡੇਰਾ ਪ੍ਰੇਮੀ ਜਿਹਦਾ ਨਾਮ ਵਿੱਚ ਆਉਂਦਾ ਸੀ ਮਹਿੰਦਰਪਾਲ ਬਿੱਟੂ, ਉਹਦੀ ਜਦੋਂ ਜੇਲ੍ਹ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਜਾਂਦਾ ਤਾਂ ਉਦੋਂ ਵੀ ਬੜਾ ਸ਼ੱਕ ਉੱਠਿਆ ਸੀ ਕਿ ਆਖਿਰਕਾਰ ਕੀ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਸਾਰਾ ਦਾਰਮਦਾਰ ਜਿਹੜਾ ਉਹਦੇ ਉੱਤੇ ਲਾਇਆ ਜਾ ਰਿਹਾ ਸੀਗਾ ਕਿ ਉਹਨੂੰ ਬਹੁਤ ਕੁਝ ਪਤਾ ਹੈ, ਉਹ ਬਹੁਤ ਕੁਝ ਖੁਲਾਸੇ ਕਰ ਚੁੱਕਿਆ ਤੇ ਅੱਗੇ ਵੀ ਕਰੇਗਾ। ਜੀ ਕਿਤੇ ਨਾ ਕਿਤੇ ਇਹ ਕੁਐਸਚਨ ਮਾਰਕ ਇਹਨਾਂ ਗੱਲਾਂ ਤੇ ਇਹ ਲੱਗਦੇ ਵੀ ਹੈ। ਰਾਜਨੀਤਿਕ ਲੋਕ ਜਿਹੜੇ ਰਾਜਨੀਤਿਕ ਮਾਹਿਰ ਆ ਉਹ ਇੰਝ ਹੀ ਸੋਚਦੇ ਨੇ ਵੀ ਕਿਤੇ ਨਾ ਕਿਤੇ ਇਹ ਖਾਮੀਆਂ ਨੇ, ਦੋਸ਼ੀਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਨੇ। ਇਹ ਜਿਹੜੀ ਸਾਰੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਆਂਦੀ, ਕਿਉਂਕਿ ਗ੍ਰਹਿ ਮੰਤਰਾਲੇ ਉਹਨਾਂ ਕੋਲ ਆ, ਮੁੱਖ ਮੰਤਰੀ ਵੀ ਉਹ ਨੇ, ਤੇ ਜੇਕਰ ਉਹ ਚਾਹਣ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਵੀ ਖੜਾ ਕਰ ਸਕਦੇ ਨੇ, ਸਜ਼ਾਵਾਂ ਵੀ ਦਵਾ ਸਕਦੇ ਨੇ। ਕਿਉਂਕਿ ਕੈਪਟਨ ਬਾਰੇ ਇੱਕ ਗੱਲ ਮੰਨੀ ਜਾਂਦੀ ਹੈ ਕਿ ਕੈਪਟਨ ਜੇਕਰ ਦ੍ਰਿੜਤਾ ਨਾਲ ਕਿਤੇ ਖੜ ਜਾਂਦੇ ਨੇ, ਉਹ ਆਪਣੇ ਮਿਸ਼ਨ ਵਿੱਚ ਸਫਲ ਵੀ ਹੁੰਦੇ ਨੇ। ਚਾਹੇ ਉਹ ਭਾਰਤ ਪਾਕਿਸਤਾਨ ਦੀ ਏਕਤਾ ਦਾ ਮਿਸ਼ਨ ਸੀ, ਕੈਪਟਨ ਨੇ ਦ੍ਰਿੜ ਸਟੈਂਡ ਲਿਆ ਸੀ। ਜੇਕਰ ਪੰਜਾਬ ਦੇ ਪਾਣੀਆਂ ਦਾ ਮਸਲਾ ਆਇਆ ਤਾਂ ਉਹ ਹਾਈ ਕਮਾਂਡ ਦੇ ਵਿਰੁੱਧ ਖੜ ਗਏ ਔਰ ਇਸ ਕਰਕੇ ਉਹ ਪੰਜਾਬ ਦੇ ਵਿੱਚ ਪ੍ਰਵਾਨਿਤ ਹੋਏ ਨੇ। ਬਾਦਲ ਤੋਂ ਵੱਧ ਜਿਹੜੇ ਨੇ ਪੰਜਾਬੀਆਂ ਨੇ ਉਹਨਾਂ ਨੂੰ ਸਤਿਕਾਰ ਦਿੱਤਾ, ਕਿਉਂਕਿ ਕੈਪਟਨ ਦਾ ਕਿਤੇ ਨਾ ਕਿਤੇ ਅਸੂਲ ਰਿਹਾ। ਪਰ ਇਸ ਮਾਮਲੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਮਾਮਲੇ ਵਿੱਚ ਕੈਪਟਨ ਕਿਉਂ ਨਿਗਰੇ ਨੇ, ਇਹ ਉਹੀ ਦੱਸ ਸਕਦੇ ਨੇ। ਇੰਨਾ ਲੰਬਾ ਇਨਸਾਫ ਦੇ ਲਈ ਤੁਸੀਂ
ਜਿਹੜਾ ਸਿੱਖ ਪੰਥ ਨੂੰ ਉਡੀਕ ਕਰਵਾਣੀ, ਇਹ ਜਿਹੜੀ ਹੈ ਆਪਣੇ ਆਪ ਬੇਇਨਸਾਫੀ ਵਾਲੀ ਗੱਲ ਹੈ ਕਿ ਜਦੋਂ ਪੀੜਤਾਂ ਨੂੰ ਇਨਸਾਫ ਨਾ ਦਿੱਤਾ ਜਾਵੇ, ਲੰਬਾ ਕਰ ਦਿੱਤਾ ਜਾਵੇ, ਜਿਵੇਂ ਦਿੱਲੀ ਸਿੱਖ ਕਤਲੇਆਮ ਦੌਰਾਨ ਕੀਤਾ ਗਿਆ ਹੈ, ਤਾਂ ਉਸ ਸਮੇਂ ਦੌਰਾਨ ਜਿਹੜੀਆਂ ਤੁਹਾਡੇ ਉੱਪਰ ਸ਼ੱਕ ਦੀਆਂ ਸੂਈਆਂ ਜਿਹੜੀਆਂ ਨੇ ਉਹ ਖੜੀਆਂ ਹੋ ਜਾਂਦੀਆਂ ਨੇ। ਬਿਲਕੁਲ ਬਿਲਕੁਲ। ਇੱਕ ਪ੍ਰੋਫੈਸਰ ਸਾਹਿਬ, ਜਿਹੜੀ ਮੈਂ ਨਵਜੋਤ ਸਿੱਧੂ ਉਹਨਾਂ ਦੀ ਚਿੱਠੀ ਤੇ ਫੂਲਕਾ ਸਾਹਿਬ ਦੀ ਚਿੱਠੀ ਦੀ ਗੱਲ ਕਰ ਰਿਹਾ ਸੀ, ਸਿੱਧੂ ਸਾਹਿਬ ਨੇ ਆਪਣੀ ਚਿੱਠੀ ਦੇ ਵਿੱਚ ਜਿਵੇਂ ਗ੍ਰਹਿ ਮੰਤਰਾਲੇ ਦਾ ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਕਿ ਅਸੀਂ ਤਾਂ ਬੜੀਆਂ ਦੁਹਾਈਆਂ ਹੁਣ ਤੱਕ ਪਾ ਲਈਆਂ, ਸਾਰਾ ਕੁਝ ਹੁਣ ਗ੍ਰਹਿ ਮੰਤਰਾਲੇ ਦੇ ਅੰਡਰ ਆ, ਉਹ ਚਾਹੁਣ ਤਾਂ ਦੋਸ਼ੀਆਂ ਨੂੰ ਜਿਹੜੀਆਂ ਗ੍ਰਿਫਤਾਰ ਕਰਕੇ ਸਜ਼ਾਵਾਂ ਦਵਾ ਸਕਦੇ ਨੇ, ਉਹ ਸਾਰਾ ਕੁਝ ਹੋ ਸਕਦਾ, ਉਹਨਾਂ ਦੇ ਹੱਥ ਹੈ। ਇਸ ਗੇਮ ਨੂੰ ਕਿੱਦਾਂ ਦੇਖਦੇ ਹੋ ਕਿ ਸਿੱਧੂ ਸਾਹਿਬ ਮੁੱਢ ਤੋਂ ਹੀ ਸਾਰਾ ਕੁਝ ਕਰਦੇ ਆ ਰਹੇ ਨੇ, ਇਸ ਮਸਲੇ ਨੂੰ ਲੈ ਕੇ ਉਹਨਾਂ ਨੂੰ ਆਪਣੀ ਕੈਬਨਿਟ ਦੀ ਜਿਹੜੀ ਵਜ਼ੀਰੀ ਉਹ ਵੀ ਗਵਾਉਣੀ ਪਈ? ਦੇਖੋ, ਕੈਪਟਨ ਦੀਆਂ ਬਹੁਤ ਸਾਰੇ ਵਿੱਚ ਜਾਖੜ ਵੀ ਨੇ ਔਰ ਸਿੱਧੂ ਵੀ ਨੇ, ਔਰ ਹੋਰ ਵੀ ਜਿਹੜੇ ਉਹਨਾਂ ਦੇ ਜਿਹੜੇ ਰੰਧਾਵਾ ਸਾਹਿਬ ਨੇ ਉਹ ਵੀ ਇਸ ਵਿੱਚ ਸ਼ਾਮਲ ਨੇ। ਉਹ ਲਗਾਤਾਰ ਅੱਜ ਵੀ ਉਹਨਾਂ ਦੇ ਬਿਆਨ ਆਏ ਨੇ ਕਿ ਕੈਪਟਨ ਨੇ ਇਨਸਾਫ ਨਹੀਂ ਕੀਤਾ ਔਰ ਕੈਪਟਨ ਨੂੰ ਇਨਸਾਫ ਕਰਨਾ ਚਾਹੀਦਾ, ਔਰ ਲਗਾਤਾਰ ਉਹਨਾਂ ਦੇ ਗਰੁੱਪ ਦੇ ਵਿੱਚ, ਕਾਂਗਰਸ ਗਰੁੱਪ ਵਿੱਚ ਇਹ ਜਿਹੜੇ ਨੇ ਕੁਐਸਚਨ ਮਾਰਕ ਲੱਗ ਰਹੇ ਨੇ, ਕੈਪਟਨ ਦੀ ਵਿਰੋਧਤਾ ਵੀ ਹੋ ਰਹੀ ਹੈ। ਜਦੋਂ ਆਪਣੇ ਹੀ ਗਰੁੱਪ ਵਿੱਚ ਇਹੋ ਜਿਹੀਆਂ ਬਿਰਤਾਂਤ ਵਾਪਰਨ ਲੱਗ ਜਾਣ ਤਾਂ ਆਉਣ ਵਾਲੇ ਸਮੇਂ ਦੌਰਾਨ ਉਸ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਏਗਾ, ਇਸ ਬਾਰੇ ਕੈਪਟਨ ਨੂੰ ਸੋਚਣ ਦੀ ਲੋੜ ਹੈ। ਔਰ ਸਿੱਧੂ ਬਾਰੇ ਆਮ ਹੀ ਕਿਹਾ ਜਾਂਦਾ ਉਹ ਕੈਪਟਨ ਦੇ ਵਿਰੋਧੀ ਰਹੇ ਨੇ, ਪਰ ਇਹ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਆ ਜਾਂਦੀ ਹੈ ਤਾਂ ਉਸ ਸਮੇਂ ਦੌਰਾਨ ਕੈਪਟਨ ਦਾ ਚੌਵੇਂ ਪਾਸੇ ਘਿਰਨਾ ਆਪਣੀਆਂ ਸਿਆਸੀ ਵਿਰੋਧੀ ਪਾਰਟੀਆਂ ਵੱਲੋਂ ਆਪਣੀਆਂ ਧਿਰਾਂ ਦੇ ਵਿੱਚੋਂ, ਤਾਂ ਇਹ ਕੈਪਟਨ ਦਾ ਇਸ ਬਾਰੇ ਜਵਾਬ ਦੇਣਾ ਔਖਾ ਹੋ ਜਾਏਗਾ। ਇਸੇ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿ ਜਦੋਂ ਉਹਨਾਂ ਦੀ ਧਿਰਾਂ ਵਿੱਚੋਂ ਇਹ ਆਵਾਜ਼ਾਂ ਉੱਠ ਰਹੀਆਂ ਨੇ ਤੇ ਇਹ ਬਹੁਤ ਵੱਡਾ ਮਸਲਾ ਜਿਹੜਾ ਹੈ ਉਹ ਪੰਜਾਬ ਵਿੱਚ ਬਣਨ ਵਾਲਾ ਹੈ, ਪੰਜਾਬ ਦੀਆਂ ਚੋਣਾਂ 'ਚ ਪ੍ਰਮੁੱਖ ਮਸਲਾ ਬਣੇਗਾ। ਔਰ ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸਾਨੂੰ ਬਾਦਲਾਂ ਨੇ ਵੀ ਜਿਹੜਾ ਹੈ ਉਹ ਬੇਇਨਸਾਫੀ ਕੀਤੀ, ਕੈਪਟਨ ਨੇ ਸਾਨੂੰ ਇਨਸਾਫ ਨਹੀਂ ਦਿੱਤਾ, ਤੇ ਉਹ ਇਸ ਨੂੰ ਇੱਕ ਬਰਾਬਰ ਤੇ ਰੱਖਣਗੇ ਤਾਂ ਨਵੀਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਵੀ ਉਭਰਨ ਵਾਲੀ ਹੈ ਉਹ ਕਿਸਾਨੀ ਮੋਰਚੇ ਵਿੱਚੋਂ ਵੀ ਉਭਰੇਗੀ, ਉਭਰਨ ਦੀ ਸੰਭਾਵਨਾ ਬਣੀ ਹੋਈ ਹੈ। ਔਰ ਜੇਕਰ ਨਾ ਵੀ ਉਭਰੇ ਤੇ ਤਾਂ ਵੀ ਜਿਹੜਾ ਕਿਸਾਨੀ ਦੇ ਵਿੱਚ ਜੋ ਕੁਐਸਚਨ ਮਾਰਕ ਰਾਜਨੀਤੀ ਉੱਤੇ ਪੈਦਾ ਕੀਤੇ ਗਏ ਨੇ ਉਹ ਹੁਣ ਵੀ ਅੱਗੋਂ ਵੀ ਪੈਦਾ ਹੋਣਗੇ, ਕਿਉਂਕਿ ਨਵੇਂ ਤੋਂ ਨਵੀਆਂ ਜਿਹੜੀਆਂ ਧਿਰਾਂ ਨੇ, ਨਵੇਂ ਤੋਂ ਨਵੇਂ ਜਿਹੜੇ ਗੱਠਜੋੜ ਹੈ ਉਹ ਬਣਨ ਦੀ ਸੰਭਾਵਨਾ ਬਣੀ ਹੋਈ ਹੈ। ਔਰ ਲਗਾਤਾਰ ਹੁਣ ਤਿਆਰੀਆਂ ਹੋਣੀਆਂ ਸ਼ੁਰੂ। ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਜਿੱਥੇ ਵੀ ਭਾਵੇਂ ਇੱਕ ਬੇਅਦਬੀ ਦਾ ਕੇਸ ਵੀ ਸਾਹਮਣੇ ਆਏ, ਭਾਵੇਂ ਜਿੰਨੇ ਮਰਜ਼ੀ ਕੇਸ ਸਾਹਮਣੇ ਆਣ, ਤਾਂ ਉਹਨਾਂ ਨੂੰ ਪੈਰਵਾਈ ਉਹਨਾਂ ਦੀ ਉੱਪਰ ਤੱਕ ਕਰੇ ਤਾਂ ਕਿ ਸਿੱਖਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਨੁਮਾਇੰਦਾ ਜਥੇਬੰਦੀ ਜਿਹੜੀ ਆ ਉਹ ਇਸ ਮਸਲੇ ਵਿੱਚ ਗੰਭੀਰ ਹੈ। ਸ਼੍ਰੋਮਣੀ ਕਮੇਟੀ ਦਾ ਸਟੈਂਡ ਵੀ ਥੋੜਾ ਜਿਹਾ ਕਲੀਅਰ ਕਰਿਓ ਕਿ ਸ਼੍ਰੋਮਣੀ ਕਮੇਟੀ ਨੂੰ ਨਹੀਂ ਚਾਹੀਦਾ ਕਿ ਇਸ ਮਸਲੇ ਦੇ ਉੱਤੇ ਆ ਕੇ ਹੁਣ ਉਹ ਧਰਨੇ ਲਾਉਣ, ਮੁਜ਼ਾਹਰੇ ਕਰਨ ਨੂੰ ਕਹਿਣ ਸਰਕਾਰ ਨੂੰ। ਦੇਖੋ ਜੀ, ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਬਾਦਲਾਂ ਦੇ ਅਧੀਨ ਹੈ, ਔਰ ਬੀਬੀ ਜਗੀਰ ਕੌਰ ਬਾਰੇ ਜੇਕਰ ਇਹ ਗੱਲ ਕਹੀ ਜਾਵੇ ਕਿ ਬੀਬੀ ਜਗੀਰ ਕੌਰ ਇੱਕ ਜੁਝਾਰੂ ਔਰਤ ਵੀ ਹੈ, ਔਰ ਉਹਨੇ ਨਾਨਕਸ਼ਾਹੀ ਕੈਲੰਡਰ ਬਾਰੇ ਦ੍ਰਿੜ ਫੈਸਲਾ ਲਿਆ, ਸਾਧਾ ਸੰਤਾਂ ਬਾਰੇ ਦ੍ਰਿੜ ਫੈਸਲਾ ਲਿਆ। ਕਈ ਮਾਮਲਿਆਂ ਦੇ ਵਿੱਚ ਜਿਵੇਂ ਹਰਸਿਮਰਤ ਦੇ ਨਾਲ ਉਹ ਜਿਹੜੀ ਹੈ ਉਹ ਟਕਰਾ ਕਰਕੇ ਸੁਲਤਾਨਪੁਰ ਲੋਧੀ ਵਿੱਚ ਉਹ ਨਾਨਕ ਹੋਸੀ ਵੀ ਸੱਚ ਤੱਕ ਜਿਹੜਾ ਮੂਲ ਮੰਤਰ ਸਾਧ ਸੰਤਾਂ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਦਾ ਉਹਨੇ ਕਰੜਾ ਵਿਰੋਧ ਕੀਤਾ। ਪਰ ਇਹ ਗੱਲ ਹੈ ਕਿ ਉਹ ਇਸ ਸਮੇਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੈ, ਪਰ ਉਹਦੇ ਉੱਪਰ ਕਿਸੇ ਨਾ ਕਿਸੇ ਦਾ ਦਬਾਅ ਹੈ ਬਾਦਲ ਅਕਾਲੀ ਦਲ ਦੀ ਹਾਈ ਕਮਾਂਡ ਦਾ, ਉਹ ਉਹਨਾਂ ਦੇ ਵਿਰੁੱਧ ਨਹੀਂ ਜਾ ਸਕਦੀ। ਇਹ ਜਿਹੜੇ ਨੇ ਇੱਕ ਗੰਭੀਰ ਮਸਲੇ ਨੇ ਔਰ ਗੰਭੀਰ ਚੁਣੌਤੀਆਂ ਨੇ ਕਿ ਬੀਬੀ ਜਗੀਰ ਕੌਰ ਇਹਦੇ ਵਿਰੁੱਧ ਨਹੀਂ ਜਾਏਗੀ, ਕਿਉਂਕਿ ਆਪਣੀ ਸਿਆਸਤ ਔਰ ਸਿਆਸੀ ਰੁਤਬਾ ਵੀ ਬਚਾਉਣਾ ਜ਼ਰੂਰੀ ਹੈ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਚੁੱਪ ਹੈ ਉਹ ਇਸ ਗੱਲ ਦੇ ਬਾਦਲਾਂ ਦੇ ਹੱਕ ਵਿੱਚ ਜਿਹੜੀ ਉਹ ਭੁਗਤਦੀ ਹੈ ਸ਼੍ਰੋਮਣੀ ਕਮੇਟੀ ਦੀ। ਔਰ ਸ਼੍ਰੋਮਣੀ ਕਮੇਟੀ ਬਾਰੇ ਅਸੀਂ ਨਹੀਂ ਕਹਿ ਸਕਦੇ ਕਿ ਉਹ ਬਾਦਲਾਂ ਦੇ ਵਿਰੁੱਧ ਭੁਗਤ ਜੇ, ਕਿਉਂਕਿ ਉਹ ਬਾਦਲਾਂ ਦੇ ਅਧੀਨ ਹੈ। ਬਹੁ ਗਿਣਤੀ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਪੋਰਟਰ ਹੈ ਉਹ ਸੁਖਬੀਰ ਬਾਦਲ ਦੇ ਹੱਕ ਵਿੱਚ ਨੇ ਤੇ ਉਹਨਾਂ ਦੀ ਰਬੜ ਦੀ ਮੋਹਰ ਨੇ। ਜੇ ਬੀਬੀ ਜਗੀਰ ਕੌਰ ਕੱਲਾ ਵੀ ਫੈਸਲਾ ਲੈ ਲੇਗੀ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਧੱਕ ਕੇ ਬਾਹਰ ਕੱਢ ਦਿੱਤਾ ਜਾਵੇਗਾ।
ਇਹ ਜਿਹੜੀ ਹੈ ਇਹ ਅਟਲ ਸਚਾਈ ਹੈ। ਅੱਜ ਜਿਹੜੇ ਨੇ ਉਹ ਆਪਣੇ ਪੱਟਾਂ ਤੇ ਥਾਪੀ ਮਾਰ ਕੇ ਬਾਦਲ ਹੁਣੀ ਕੈਪਟਨ ਨੂੰ ਘੇਰ ਰਹੇ ਨੇ ਕਿ ਅਸੀਂ ਸਹੀ ਹਾਂ, ਤੇ ਤੁਸੀਂ ਦੇਖੋ ਵੀ ਅਦਾਲਤ ਦਾ ਫੈਸਲਾ ਆ ਗਿਆ ਕਿ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੇ ਉੱਤੇ ਉਹਨਾਂ ਨੇ ਅਦਾਲਤ ਨੇ ਪ੍ਰੇਸ਼ਨ ਚਿੰਨ੍ਹ ਲਾਇਆ ਤੇ ਸਿੱਟ ਨੂੰ ਜਿਹੜਾ ਉਹ ਭੰਗ ਕਰ ਦਿੱਤਾ ਕਿ ਨਵੀਂ ਸਿੱਟ ਬਣਾਈ ਜਾਏ। ਹੁਣ ਅਦਾਲਤ ਨੂੰ ਇਹ ਫੈਸਲਾ ਲੈਣ ਦੀ ਕੀ ਲੋੜ ਸੀ ਕਿ ਨਵੀਂ ਸਿੱਟ ਬਣਾਈ ਜਾਵੇ? ਉਸ ਨੂੰ ਇਹਦੇ ਵਿੱਚ ਖਾਮੀਆਂ ਕੱਢਣ ਦੀ ਲੋੜ ਸੀ ਕਿ ਤੁਸੀਂ ਨਵਾਂ ਕੇਸ ਤਿਆਰ ਕਰੋ, ਇਹਦੇ ਵਿੱਚ ਆਹ ਖਾਮੀਆਂ ਨੇ, ਅਦਾਲਤ ਦਾ ਇਹ ਫੈਸਲਾ ਹੋਣਾ ਚਾਹੀਦਾ ਸੀ। ਇਹਦੇ ਬਾਰੇ ਬਹੁਤੀਆਂ ਜਿਹੜੀਆਂ ਟਿੱਪਣੀਆਂ ਨੇ ਮੈਂ ਇਹ ਕਹਿੰਦਾ ਵੀ ਕਾਨੂੰਨੀ ਮਾਹਿਰ ਕਰ ਸਕਦੇ ਨੇ। ਸੋ ਮੈਨੂੰ ਜੋ ਇਹ ਸਮਝ ਆਈ ਹੈ ਕਿ ਇਹ ਜਿਹੜਾ ਦੁਬਾਰਾ ਕੇਸ ਪੇਸ਼ ਹੋਣਾ ਚਾਹੀਦਾ ਸੀ। ਆਪਾਂ ਬੇਅਦਬੀ ਵਾਲੇ ਮਸਲੇ, ਕਿਉਂਕਿ ਸਿੱਖ ਧਰਮ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ, ਤਾਂ ਹਰ ਪਾਸੇ ਜਦੋਂ ਆਪਾਂ ਸਿੱਖ ਸਿਆਸਤ ਵੱਲ ਧਿਆਨ ਮਾਰਦੇ ਹਾਂ ਫੈਸਲੇ ਲਗਾਤਾਰ ਸਾਹਮਣੇ ਆਉਂਦੇ। ਆਪਾਂ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਚਰਨਜੀਤ ਸਿੰਘ ਚੱਢਾ ਦੀ, ਉਹਨਾਂ ਦੀ ਖਬਰ ਚਰਚਾ ਵਿੱਚ ਰਹੀ, ਅੱਜ ਫੇਰ ਅਖਬਾਰਾਂ ਦੇ ਵਿੱਚ ਚਰਚਾ ਵਿੱਚ ਹੈ। ਨਾਲੋਂ ਨਾਲ ਹੁਣ ਸੁੱਚਾ ਸਿੰਘ ਲੰਗਾਹ ਦਾ ਮਸਲਾ ਜਿਹੜਾ ਉਹਨੂੰ ਵੀ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ ਜਾ ਰਿਹਾ। ਸੁੱਚਾ ਸਿੰਘ ਲੰਗਾਹ ਵੀ ਆਉਣ ਵਾਲੀ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਹੱਥ ਪੈਰ ਮਾਰਨ ਦੇ ਲਈ ਤਿਆਰ ਹੋ ਰਹੇ ਨੇ। ਉਹ ਫਿਰ ਇੱਕ ਵਾਰ ਫਿਰ ਜਿਹੜਾ ਪੰਥ ਚੋਂ ਛੇਕੇ ਜਾਣ ਦਾ ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਤੇ ਮਤਲਬ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕੀਤੀ ਸੀਗੀ ਉਹ ਹਟਾਉਣਾ ਚਾਹੁੰਦੇ ਆਪਣੇ ਉੱਪਰੋਂ, ਉਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰ ਰਹੇ ਨੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਆਪਣੇ ਮਸਲਿਆਂ ਨੂੰ ਵਾਰ-ਵਾਰ ਸਿੱਖ ਧਰਮ ਦੇ ਮਸਲਿਆਂ ਨੂੰ, ਸਿੱਖ ਸਿਆਸਤ ਦੇ ਮਸਲਿਆਂ ਨੂੰ ਇਸ ਤਰ੍ਹਾਂ ਕਿਉਂ ਉਲਝਾਇਆ ਜਾ ਰਿਹਾ? ਕਿਉਂ ਨਹੀਂ ਸਟੈਂਡ ਸਪਸ਼ਟ ਕੀਤੇ ਜਾਂਦੇ? ਇਹ ਗੱਲ ਤੁਸੀਂ ਦੇਖੋ ਕਿ ਗੁਰਬਾਣੀ ਵਿੱਚ ਕੀ ਆ ਰਿਹਾ ਕਿ ਮੂਰਖ ਆਪਣੀ ਜੜ ਜਿਹੜੀ ਹੈ ਖੁਦ ਪੱਟ ਦਿੰਦਾ ਹੈ। ਇਹ ਬਾਰ-ਬਾਰ ਇਹ ਗੱਲ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤਜਰਬੇ ਨੇ ਜੋ ਗੁਰੂ ਸਾਹਿਬ ਨੇ ਖੁਦ ਹੰਡਾਏ ਨੇ ਔਰ ਉਹਨਾਂ ਨੂੰ ਪੇਸ਼ ਕੀਤਾ ਹੈ। ਉਹ ਸੱਚ ਔਰ ਧੁਰ ਦੀ ਆਵਾਜ਼ ਉਸ ਨੂੰ ਕਿਹਾ ਗਿਆ ਹੈ ਕਿ ਰੱਬੀ ਬਾਣੀ ਹੈ ਔਰ ਉਹਦੇ ਵਿੱਚ ਜੋ ਗੱਲਾਂ ਕਹੀਆਂ ਨੇ ਉਹ ਅੰਤਮ ਸੱਚ ਨੇ। ਅਸੀਂ ਸਿੱਖ ਇਹ ਮਹਿਸੂਸ ਕਰਦੇ ਹਾਂ। ਔਰ ਜਿਹੜਾ ਬਾਦਲ ਦਲ ਹੈ ਉਹ ਵਾਰ-ਵਾਰ ਉਹੀ ਗਲਤੀਆਂ ਕਰ ਰਿਹਾ ਹੈ ਕਿ ਮੂਰਖ ਆਪਣੀ ਜੜ ਆਪ ਪੱਟ ਦਿੰਦਾ ਹੈ। ਉਹ ਆਪਣੀ ਅਕਾਲੀ ਦਲ ਨੂੰ ਲਗਾਤਾਰ ਸੁਖਬੀਰ ਬਾਦਲ ਨਿਗਾਰ ਵੱਲ ਲਿਜਾ ਰਹੇ ਨੇ, ਜਿਹਦੇ ਵਿੱਚ ਦਲਜੀਤ ਸਿੰਘ ਚੀਮਾ ਹੁਣੀ ਸ਼ਾਮਲ ਨੇ, ਕਿਉਂਕਿ ਉਹ ਮੰਨੇ ਜਾਂਦੇ ਨੇ ਕਿ ਉਹ ਅਕਾਲੀ ਦਲ ਦੇ ਇੱਕ ਸਲਾਹਕਾਰ ਨੇ, ਵੱਡੇ ਸਲਾਹਕਾਰ ਨੇ। ਉਹਨਾਂ ਦੇ ਕਰਕੇ ਅਕਾਲੀ ਦਲ ਦੀਆਂ ਜਿਹੜੀਆਂ ਜੜ੍ਹਾਂ ਉਹ ਅੱਗੇ ਵਧੀਆਂ ਨੇ, ਪਰ ਉਹਨਾਂ ਦੀ ਜਿਹੜੀਆਂ ਸਲਾਹਾਂ ਆ ਰਹੀਆਂ ਨੇ ਉਹ ਸਿੱਖ ਪੰਥ ਦੇ ਵਿਰੁੱਧ ਜਾ ਰਹੀਆਂ ਨੇ ਔਰ ਜਿੰਨੇ ਵੀ ਫੈਸਲੇ ਕੀਤੇ ਜਾ ਰਹੇ ਨੇ ਸਿੱਖ ਵਿਰੋਧੀ ਹੋ ਰਹੇ ਨੇ। ਜਿਉਂ-ਜਿਉਂ ਉਹ ਸਿੱਖ ਕੌਮ ਵਿਰੋਧੀ ਫੈਸਲੇ ਕਰ ਰਹੇ ਨੇ ਉਹਨਾਂ ਦਾ ਕੀਡਰ ਲਗਾਤਾਰ ਖੁਰ ਰਿਹਾ ਹੈ। ਸਿੱਖ ਪੰਥ ਦੇ ਵਿੱਚ, ਸਿੱਖ ਸੰਗਤ ਦੇ ਵਿੱਚ ਉਹਨਾਂ ਦੀ ਸ਼ਾਖ ਜਿਹੜੀ ਹੈ ਉਹ ਲਗਾਤਾਰ ਡਿੱਗ ਰਹੀ ਹੈ। ਕੋਈ ਸੰਭਾਵਨਾ ਨਹੀਂ ਦਿਖਦੀ, ਚਾਹੇ ਉਹ ਬੀਐਸਪੀ ਨਾਲ ਸਮਝੌਤਾ ਕਰ ਲੈਣ। ਬੀਐਸਪੀ ਦੀਆਂ ਸੀਟਾਂ ਤੇ ਵੱਧ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਨਹੀਂ ਵਧਣਗੀਆਂ, ਕਿਉਂਕਿ ਸਿੱਖ ਪੰਥ ਉਹਦੇ ਹੱਕ ਵਿੱਚ ਨਹੀਂ ਡਟੇਗਾ, ਕਦੇ ਵੀ ਉਸ ਨੂੰ ਵੋਟਾਂ ਨਹੀਂ ਦੇਗਾ ਬਹੁ ਗਿਣਤੀ, ਕਿਉਂਕਿ ਸਿੱਖ ਪੰਥ ਵਿੱਚ ਉਹਨਾਂ ਪ੍ਰਤੀ ਇੰਨੀ ਜ਼ਹਿਰ ਫੈਲ ਚੁੱਕੀ ਹੈ ਕਿ ਜਿਹੜਾ ਬਾਦਲ ਧੜੇ ਨੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜ਼ਿੰਮੇਵਾਰ ਹੈ। ਇਹ ਸਿੱਖ ਕਿਵੇਂ ਬਰਦਾਸ਼ਤ ਕਰ ਲੇਗਾ? ਕਿਉਂਕਿ ਇਹ ਗੱਲਾਂ ਸਾਹਮਣੇ ਨੇ। ਕੋਟ ਕਪੂਰਾ ਗੋਲੀ ਕਾਂਡ ਜਿਹੜਾ ਉਹਨਾਂ ਦੇ ਸਤਾ ਦੇ ਦੌਰਾਨ ਵਾਪਰਿਆ, ਬਾਦਲ ਹੋਣਾ ਨੇ ਉਹਨਾਂ ਅਪਰਾਧੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਬਾਦਲਾਂ ਨੇ ਨਹੀਂ ਕਰਵਾਇਆ ਤੇ ਉਹਨਾਂ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਿਉਂ ਨਹੀਂ ਕੀਤਾ? ਕਿੰਨਾ ਚਿਰ ਉਹਨਾਂ ਦਾ ਉਸ ਤੋਂ ਬਾਅਦ ਵੀ ਰਾਜ ਰਿਹਾ, ਉਹ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰ ਸਕਦੇ ਸਨ। ਸੁਮੇਧ ਸੈਣੀ ਵਰਗੇ ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸਭ ਕੁਝ ਵਾਪਰਿਆ, ਉਹਨਾਂ ਨੂੰ ਕਿਉਂ ਨਹੀਂ ਸਜ਼ਾਵਾਂ ਮਿਲੀਆਂ? ਕਿਉਂ ਨਹੀਂ ਕਟਹਿਰੇ ਵਿੱਚ ਖੜਾ ਕੀਤਾ? ਕਿਉਂ ਨਹੀਂ ਜਿਹੜੇ ਅਪਰਾਧੀਆਂ ਦਾ, ਜਿਹੜੇ ਸੌਦਾ ਸਾਧ ਦੇ ਅਪਰਾਧੀ ਸਨ, ਉਹ ਕੈਪਟਨ ਦੇ ਰਾਜ ਦੌਰਾਨ ਫੜੇ ਗਏ, ਬਾਦਲ ਦੇ ਰਾਜ ਦੌਰਾਨ ਨਹੀਂ ਫੜੇ ਗਏ? ਇਹ ਕਿਉਂ ਨਹੀਂ ਵਾਪਰਿਆ? ਇਹਦੇ ਕਰਕੇ ਜਿਹੜੇ ਬਾਦਲ ਦਲ ਦੇ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਨੇ। ਉਹ ਜੋ ਵੀ ਇਸ ਬਾਰੇ ਜੇਕਰ ਉਹ ਆਪਣੇ ਆਪ ਨੂੰ ਜੇਤੂ ਘੋਸ਼ਿਤ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਅਪਰਾਧੀ ਨਹੀਂ ਹਾਂ ਔਰ ਸਿੱਖ ਪੰਥ ਨੂੰ ਚੈਲੰਜ ਕਰਨਗੇ ਇਹਨਾਂ ਗੱਲਾਂ ਦੇ ਉੱਪਰ, ਤਾਂ ਉਹਨਾਂ ਦਾ ਆਧਾਰ ਹੋਰ ਮਿਟੇਗਾ ਤੇ ਉਹਨਾਂ ਦੀਆਂ ਜਿਹੜੀ ਸੀਟਾਂ ਹੋਰ ਵੀ ਥੱਲੇ ਆਉਣਗੀਆਂ। ਉਹ ਜਿਹਦੇ ਨਾਲ ਮਰਜ਼ੀ ਉਹ ਸਮਝੌਤਾ ਕਰ ਲੈਣ ਔਰ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂ। ਹਾਲਾਂਕਿ ਇਹ ਵੀ ਯਕੀਨੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਬਸਪਾ ਉਸ ਨਾਲ ਸਮਝੌਤਾ ਨਹੀਂ ਕਰੇਗੀ ਜਾਂ ਨਹੀਂ ਕਰੇਗੀ,
ਕਿਉਂਕਿ ਬਸਪਾ ਦੀ ਜਿਹੜੀ ਗੱਲ ਚੱਲ ਰਹੀ ਹੈ ਉਹ ਢੀਂਡਸਿਆਂ ਤੇ ਆਪ ਨਾਲ ਵੀ ਚੱਲ ਰਹੀ ਹੈ। ਉਹ ਜਿਹੜਾ ਉਹ ਸਮਝ ਰਹੇ, ਉਹਨਾਂ ਵਿੱਚ ਇਹ ਵੀ ਸਮਝ ਆ ਰਹੀ ਹੈ ਕਿ ਜਿਹੜਾ ਆਪ, ਢੀਂਡਸਾ ਗਰੁੱਪ ਤੇ ਬਸਪਾ, ਇਹ ਤਿੰਨੇ ਮਿਲ ਕੇ ਜੇਕਰ ਆਪਣਾ ਆਧਾਰ ਬਣਾਉਂਦੇ ਨੇ ਤੇ ਉਹ ਵੱਡੀ ਜਿੱਤ ਵੱਲ ਜਾ ਸਕਦੇ। ਇਹਨਾਂ ਦੀ ਜਿਹੜੀ ਹੈ ਉਹ ਚੈਲੰਜ ਵੀ ਬਣ ਸਕਦੇ ਨੇ। ਔਰ ਸੁਖਬੀਰ ਬਾਦਲ ਵਾਲਾ ਜਿਹੜਾ ਗਰੁੱਪ ਹੈ ਉਹ ਇਹ ਵੀ ਹੋ ਸਕਦਾ ਕਿ ਉਹ ਸਮਝੌਤੇ ਤੋਂ, ਗੱਠਜੋੜ ਤੋਂ ਵੀ ਖਾਲੀ ਰਹਿ ਜਾਵੇ। ਪ੍ਰੋਫੈਸਰ ਸਾਹਿਬ, ਜਿਹੜਾ ਮੈਂ ਲੰਗਾਹ ਦੀ ਗੱਲ ਕਰ ਰਿਹਾ ਸੀ ਕਿ ਉਹਨਾਂ ਦਾ ਵਾਰ-ਵਾਰ ਦਰਬਾਰ ਸਾਹਿਬ ਪਹੁੰਚਣਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਾ, ਫਿਰ ਆਪਣੇ ਆਪ ਨੂੰ ਮਾਫੀ ਦੇ ਲਈ ਪੇਸ਼ ਕਰਨਾ, ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਦੇ ਪਿੱਛੇ ਕੀ ਖਿਚੜੀ ਪੱਕ ਰਹੀ ਹੈ? ਦੇਖੋ, ਲੰਗਾਹ ਇੱਕ ਸ਼ਰਧਾਲੂ ਵਜੋਂ ਅਕਾਲ ਤਖਤ ਤੇ ਜਾਂਦਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ, ਪਰ ਜਦੋਂ ਉਹ ਬਾਰ-ਬਾਰ ਆਪਣੀਆਂ ਖਬਰਾਂ ਲਵਾਉਂਦਾ ਕਿ ਮੈਂ ਅਕਾਲ ਤਖਤ ਤੇ ਜਾ ਰਿਹਾ ਔਰ ਇਹ ਪੇਸ਼ਕਾਰੀ ਕਰ ਰਿਹਾ ਕਿ ਮੈਂ ਵੀ ਜਿਹੜਾ ਪੰਥ ਵਿੱਚ ਜਲਦੀ ਸ਼ਾਮਲ ਹੋ ਜਾਵਾਂਗਾ, ਇਹਦੇ ਵਿੱਚ ਇਹ ਜਿਹੜਾ ਕੁਐਸਚਨ ਮਾਰਕ ਹੈ ਅਕਾਲ ਤਖਤ ਦੇ ਜਥੇਦਾਰ ਉੱਪਰ ਲੱਗਦਾ ਹੈ। ਔਰ ਦੂਸਰੇ ਪਾਸੇ ਚੀਫ ਖਾਲਸਾ ਦੀਵਾਨ ਨੇ ਜਿਹੜਾ ਚੱਡੇ ਨੂੰ ਆਪਣੇ ਚੀਫ ਖਾਲਸਾ ਦੀਵਾਨ ਵਿੱਚ ਵੜਨ ਤੋਂ ਨਾ ਕਰ ਦਿੱਤੀ ਹੈ ਔਰ ਉਹਦੇ ਫੰਡ ਲੈਣ ਤੋਂ ਵੀ ਨਾ ਕਰ ਦਿੱਤੀ ਕਿ ਤੇਰੇ ਫੰਡ ਸਵੀਕਾਰ ਨਹੀਂ ਹੋ ਸਕਦੇ ਕਿਉਂਕਿ ਤੂੰ ਇੱਕ ਸਿੱਖ ਵਿਚਾਰਧਾਰਾ, ਸਿੱਖ ਮਰਿਆਦਾ ਦਾ ਜਿਹੜਾ ਅਪਰਾਧ ਕੀਤਾ ਉਹ ਅਸੀਂ ਤੈਨੂੰ ਮਾਫ ਨਹੀਂ ਕਰਦਾ, ਕਿਉਂਕਿ ਤੈਨੂੰ ਖਾਲਸਾ ਪੰਥ ਵੀ ਮਾਫ ਨਹੀਂ ਕਰਦਾ। ਸਾਡੀ ਇੱਕ ਸਰਵਉੱਚ ਸੰਸਥਾ ਹੈ ਜਿਹਨੇ ਇੱਕ ਵਿਦਿਆ ਦੇ ਵਿੱਚ ਵੱਡਾ ਯੋਗਦਾਨ ਪਾਇਆ। ਇਹ ਯਾਦ ਰੱਖਣ ਵਾਲੀ ਇਹ ਗੱਲ ਹੈ ਕਿ ਚੀਫ ਖਾਲਸਾ ਦੀਵਾਨ ਦੇ ਵਿੱਚ ਇੱਕ ਬੀਬੀ ਹਰਨਾਮ ਕੌਰ ਹੋਏ ਨੇ, ਬਹੁਤ ਜਿਹੜੀ ਇਤਿਹਾਸਕ ਸ਼ਖਸੀਅਤ ਹੋਏ ਨੇ, ਜਿਹੜੀ ਗਿਆਨੀ ਦਿੱਤ ਸਿੰਘ ਉਹਨਾਂ ਦੇ ਪ੍ਰੇਰਨਾ ਸਰੋਤ ਸਨ। ਉਹ ਇਕੱਲੀ ਬੀਬੀ ਨੇ ਆਪਣੇ ਪਤੀ ਤਖਤ ਸਿੰਘ ਨਾਲ ਰਲ ਕੇ ਇਸਤਰੀਆਂ ਫਿਰੋਜ਼ਪੁਰ ਦੇ ਵਿੱਚ ਇੱਕ ਜਿਹੜਾ ਸਿੱਖ ਸਕੂਲ ਖੋਲਿਆ ਸੀਗਾ, ਹੋਸਟਲ ਟਾਈਪ। ਉਹਦੇ ਵਿੱਚ ਉਸਨੇ ਗਰੀਬ ਬੱਚੀਆਂ ਨੂੰ ਔਰ ਜਿਹੜੀਆਂ ਮਤਲਬ ਕਿ ਦਲਿਤ ਬੱਚੀਆਂ ਨੂੰ ਉਹਨੇ ਸਿੱਖਿਆ ਦਿੱਤੀ ਸੀ। ਉਹਨਾਂ ਦੀ ਮਾਂ ਤੱਕ ਬਣ ਗਈ ਸੀ, ਘਰ ਦੀ ਸੰਭਾਲ ਕਿਵੇਂ ਕਰਨੀ ਹੈ ਔਰ ਬੀਬੀਆਂ ਦੀ ਨੈਤਿਕਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਗੁਰਮਤਿ ਦੇ ਅਨੁਸਾਰ, ਤੇ ਹੋਸਟਲ ਨੂੰ ਕਿਵੇਂ ਪ੍ਰਬੰਧ ਕਰਨੇ, ਤੁਸੀਂ ਆਪ ਪ੍ਰਬੰਧ ਕਰਨੇ ਆ, ਹੋਸਟਲ ਦੀ ਸਫਾਈ ਕਿਵੇਂ ਕਰਨੀ ਹੈ, ਤੁਸੀਂ ਖਾਣਾ ਕਿੱਦਾਂ ਬਣਾਉਣਾ, ਉਹ ਸਾਰੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਗੁਣ ਹੈ ਉਹ ਉਹਨਾਂ ਨੇ ਦਿੱਤੇ ਸੀ। ਇਸ ਦੇ ਬਾਰੇ ਕਰਮ ਸਿੰਘ ਹਿਸਟੋਰੀਅਨ ਨੇ ਬਹੁਤ ਵੱਡੀ ਕਿਤਾਬ ਵੀ ਲਿਖੀ ਸੀ ਜੋ ਮੈਂ ਛਾਪੀ ਵੀ ਸੀ, ਬੀਬੀ ਹਰਨਾਮ ਕੌਰ ਦੀ। ਤੇ ਉਹਦੇ ਵਿੱਚ ਜਿਹੜੀ ਬੀਬੀ ਹਰਨਾਮ ਕੌਰ ਹੈ ਉਹ ਚੀਫ ਖਾਲਸਾ ਦੀਵਾਨ ਨਾਲ ਰਿਲੇਟਡ ਹੈ। ਜਿਹੜਾ ਉਹਨਾਂ ਦਾ ਪਤੀ ਵੀ ਤਖਤ ਸਿੰਘ ਹੈ ਉਹ ਵੀ ਚੀਫ ਖਾਲਸਾ ਦੀਵਾਨ ਨਾਲ ਰਿਲੇਟਡ ਹੈ। ਚੀਫ ਖਾਲਸਾ ਦੀਵਾਨ ਇੱਕ ਚੁਣੌਤੀ ਸੀ ਈਸਾਈ ਪ੍ਰਬੰਧਾਂ ਦੇ ਲਈ, ਜਿਹੜੀ ਉਹ ਵਿਦਿਅਕ ਤੌਰ ਤੇ ਉਹ ਸਿੱਖਾਂ ਨੂੰ ਪ੍ਰਭਾਵਿਤ ਕਰ ਰਹੇ ਸਨ, ਉਹਨਾਂ ਦਾ ਈਸਾਈਕਰਨ ਕਰ ਰਹੇ ਸਨ। ਇਸੇ ਤਰ੍ਹਾਂ ਆਰੀਆ ਸਮਾਜੀ ਜਿਹੜੇ ਸਨ ਉਹ ਬਹੁਤ ਡਿਵੈਲਪ ਕਰ ਰਹੇ ਸਨ ਐਜੂਕੇਸ਼ਨ ਪੱਖ ਤੋਂ, ਉਹ ਵੀ ਸਿੱਖਾਂ ਦੇ ਉੱਪਰ ਅਟੈਕ ਕਰ ਰਹੇ ਸਨ। ਤੇ ਉਹ ਜਿਹੜੀ ਵੱਡੀ ਚੁਣੌਤੀ ਗਿਆਨੀ ਦਿੱਤ ਸਿੰਘ ਔਰ ਬੀਬੀ ਹਰਨਾਮ ਕੌਰ ਦੀ ਸੀ, ਤੇ ਜਿਹਦੇ ਵਿੱਚੋਂ ਇਹ ਫਿਰੋਜ਼ਪੁਰ ਵਾਲਾ ਜਿਹੜਾ ਹੋਸਟਲ ਜਿਹੜਾ ਲੜਕੀਆਂ ਦਾ ਨਿਕਲਿਆ ਸੀ, ਉਹ ਕਹਿੰਦੇ ਇੱਕ ਬੱਚੀ ਨੂੰ ਪੜ੍ਹਾ ਦਿੱਤਾ ਜਾਵੇ ਤਾਂ ਜਿਹੜੀ ਸਾਰੇ ਸਮਾਜ ਨੂੰ ਪੜ੍ਹਾਇਆ ਜਾਂਦਾ। ਉਹ ਚੀਫ ਖਾਲਸਾ ਇੰਨੀ ਮਹਾਨ ਦੇਣ ਹੈ ਜਿੰਨੇ ਵੱਡੇ ਜਿਹੜੇ ਨਾ ਵਿਦਿਅਕ ਤੌਰ ਤੇ ਪਸਾਰਾ ਕੀਤਾ। ਅੱਜ ਵੱਖਰੀ ਗੱਲ ਹੈ ਕਿ ਉਹਨਾਂ ਵਿੱਚ ਨਿਗਾਰ ਕਾਫੀ ਆਇਆ, ਪਰ ਇਸ ਦੇ ਬਾਵਜੂਦ ਉਹ ਸਿੱਖ ਪੰਥ ਦੀ ਸਿਰਮੌਰ ਜਿਹੜੀ ਹੈ ਉਹ ਵਿਦਿਅਕ ਜਥੇਬੰਦੀ ਕਿਹਾ ਜਾਏਗਾ, ਉਹਨਾਂ ਨੇ ਜਿਹੜਾ ਸਟੈਂਡ ਚੱਡੇ ਬਾਰੇ ਲਿਆ ਉਹ ਸਟੈਂਡ ਅਕਾਲ ਤਖਤ ਦਾ ਜਥੇਦਾਰ ਵੀ ਨਹੀਂ ਲੈ ਸਕਿਆ। ਅਕਾਲ ਤਖਤ ਦੇ ਜਥੇਦਾਰ ਦੇ ਉੱਪਰ ਸਿਆਸੀ ਦਬਾਅ ਰਿਹਾ, ਜਿਹਦੇ ਕਰਕੇ ਉਸਦਾ ਵਕਾਰ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗਿਆ। ਔਰ ਉਸਨੇ ਸੁਖਬੀਰ ਬਾਦਲ ਦੇ ਕਹਿਣ ਤੇ, ਜਿਵੇਂ ਇੱਕ ਉਹਨਾਂ ਦਾ ਇੱਕ ਕੀ ਕਹਿੰਦੇ ਨੇ ਸੇਵਾਦਾਰ ਹੁੰਦਾ, ਉਸ ਲੈਵਲ ਤੇ ਉਸਨੇ ਸਟੈਂਡ ਲਿਆ ਤੇ ਉਸਨੇ ਜਿਹੜਾ ਅਪਰਾਧ ਕਰਨ ਵਾਲਾ ਜਿਹੜਾ ਮਤਲਬ ਕਿ ਜਿਹੜਾ ਸੈਕਸ ਸਕੈਂਡਲ ਵੀ ਸਾਹਮਣੇ ਆਇਆ ਉਸ ਨੂੰ ਮਾਫ ਕੀਤਾ ਹੈ, ਜਿਹੜਾ ਚੀਫ ਖਾਲਸਾ ਦੀਵਾਨ ਵਾਲੇ ਚੱਡੇ ਨੂੰ। ਤਾਂ ਸੋ ਇਸ ਗੱਲ ਕਰਕੇ ਸਿੱਖ ਪੰਥ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਵੀ ਹੋਇਆ। ਤੇ ਹੁਣ ਜਿਹੜਾ ਸੁੱਚਾ ਸਿੰਘ ਲੰਗਾਹ ਦੀਆਂ ਖਬਰਾਂ ਲੱਗ ਰਹੀਆਂ, ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸੁੱਚਾ ਸਿੰਘ, ਇਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ। ਇਹ ਯਤਨ ਉਸ ਤਹਿਤ ਹਨ ਜਿਹੜੀਆਂ ਖਬਰਾਂ ਲਵਾਈਆਂ ਜਾ ਰਹੀਆਂ ਨੇ ਕਿ ਉਹ ਵਾਰ-ਵਾਰ ਆ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਹਰੀ ਝੰਡੀ ਜਿਹੜੀ ਹੈ ਉਹ ਬਾਦਲ ਅਕਾਲੀ ਦਲ ਵੱਲੋਂ ਹੋ ਚੁੱਕੀ ਹੈ। ਔਰ ਜੇਕਰ ਉਹਨਾਂ ਨੂੰ ਵਾਪਸ ਲਿਆ ਗਿਆ ਤਾਂ ਸੁਖਬੀਰ ਬਾਦਲ ਦੇ ਗਰੁੱਪ ਦੇ ਇੱਕ ਵੱਡਾ ਸਾਰਾ ਪ੍ਰਸ਼ਨ ਚਿੰਨ੍ਹ ਲੱਗੇਗਾ ਤੇ ਇਹ ਜਿਹੜਾ ਰਾਜਨੀਤਿਕ ਮੁੱਦਾ ਵੀ ਉਸ ਸਮੇਂ ਬਣੇਗਾ, ਜਿਸ ਦਾ ਜਵਾਬ ਦੇਣਾ ਸੁਖਬੀਰ ਬਾਦਲ ਅਕਾਲ ਤਖਤ ਦੇ ਜਥੇਦਾਰ ਵੱਲੋਂ ਬਹੁਤ ਔਖਾ ਹੋ ਜਾਏਗਾ, ਕਿਉਂਕਿ ਇਹੋ ਜਿਹੇ ਵਿਅਕਤੀਆਂ ਨੂੰ ਪੰਥ ਵਿੱਚ ਨਾ ਸ਼ਾਮਲ ਕੀਤਾ ਜਾ ਸਕਦਾ।
ਤੇ ਨਾ ਹੀ ਉਹਨਾਂ ਨੂੰ ਸਿਆਸੀ ਤੌਰ ਤੇ ਅਗਵਾਈ ਸੌਂਪੀ ਜਾ ਸਕਦੀ ਹੈ, ਕਿਉਂਕਿ ਜਿਹੜਾ ਦੰਗਾ ਹੈ ਉਹ ਮਾਫ ਕਰਕੇ ਉਹ ਸਿੱਖ ਸਿਆਸਤ ਵੱਲ ਆਉਣਾ ਚਾਹੁੰਦਾ ਹੈ। ਇਹ ਇੱਕ ਸਿੱਖ ਪੰਥ ਦੇ ਲਈ ਚੈਲੰਜ ਵੀ ਹੈ ਔਰ ਗੰਭੀਰ ਵਿਸ਼ਾ ਵੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸੁਖਬੀਰ ਬਾਦਲ ਔਰ ਬਾਦਲ ਅਕਾਲੀ ਦਲ ਅੱਗੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਨੇ, ਅਕਾਲ ਤਖਤ ਦੇ ਜਥੇਦਾਰ ਦੇ ਅੱਗੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਨੇ ਕਿ ਉਹ ਇੱਕ ਤਰ੍ਹਾਂ ਜਿਹੜੇ ਨੇ ਬਾਦਲਾਂ ਦੇ ਪ੍ਰਤੀਨਿਧ ਬਣ ਗਏ ਨੇ, ਪੰਥ ਦੇ ਜਥੇਦਾਰ ਨਹੀਂ ਰਹੇ, ਯਾਨੀ ਹਰਪ੍ਰੀਤ ਸਿੰਘ ਹੁਣੀ। ਬਹੁਤ ਧੰਨਵਾਦ ਸਮਾਂ ਦੇਣ ਲਈ। ਥੈਂਕ ਯੂ ਜੀ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਬਲਵਿੰਦਰਪਾਲ ਸਿੰਘ। ਅਸੀਂ ਬੇਅਦਬੀ ਮਸਲਿਆਂ ਤੋਂ ਲੈ ਕੇ ਸਿੱਖ ਸਿਆਸਤ ਵਿੱਚ ਜੋ ਕੁਝ ਵਾਪਰਿਆ ਉਸ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।